का खालसा वाहिगुरू जी की फतेह। जिहड़ा गुरु नानक पातशाह जी का प्रकाश पुरब है, एक पवित्र दिहाड़ा है तो सिख दुनिया भर च इस दिहाड़े नूं मनाउंदे ने। गुरु नानक देव जी महाराज ने जो धरती ते प्रकाश धारिया तो उन्हां सिखां नूं 3 सिद्धांत मुढ़ले दिते ने, नाम जपना, वंड छकना ते किरत करनी। हुण इन्हां तिन्नां सिद्धांतां नूं असीं जीवन का प्रमुख जिहड़ा अंग बना के चलदे हां। अज जिहड़ी मेरी गलबात है ਉਹਦਾ ਮੁੱਖ ਵਿਸ਼ਾ ਇਹੋ ਹੀ ਰਹੂਗਾ ਵੀ ਜਿਹੜੇ ਸਿੱਖ ਹੈ ਉਹਨਾਂ ਦੀ ਮੌਜੂਦਾ ਹਾਲਤ ਕੀ ਹੈ ਤੇ ਮੌਜੂਦਾ ਸਮੇਂ 'ਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ। ਪੰਜਾਬ ਦੇ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਇਸ ਨਸਲਕੁਸ਼ੀ ਤੋਂ ਬਾਅਦ 'ਚ ਸਿੱਖਾਂ ਦੇ ਵਿੱਚ ਪ੍ਰਵਾਸ ਦਾ ਇੱਕ ਰੁਝਾਨ ਬੜੇ ਵੱਡੇ ਪੱਧਰ 'ਤੇ, ਜਿਹਨੂੰ ਮਾਸ ਮਾਈਗ੍ਰੇਸ਼ਨ ਕਹਿੰਦੇ ਆ, ਉਹ ਸ਼ੁਰੂ ਹੋਇਆ। ਉਸ ਰੁਝਾਨ ਦੇ ਨਾਲ ਪੰਜਾਬ ਦੇ ਵਿੱਚੋਂ ਕਾਫੀ ਇਲਾਕੇ, ਕਈ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਪੰਜਾਬ 'ਚੋਂ ਉਜੜੇ ਤੇ ਬਾਹਰ ਜਾ ਕੇ ਅਮਰੀਕਾ, ਕੈਨੇਡਾ, ਵੱਖ-ਵੱਖ ਮੁਲਕਾਂ 'ਚ ਜਿਹੜੇ ਸੀ ਉਹ ਵਸ ਗਏ। ਹੁਣ ਉਹਦੇ ਕੁਛ ਫਾਇਦੇ ਵੀ ਹੋਏ, ਜਿਵੇਂ ਆਰਥਿਕ ਪੱਖੋਂ ਸਿੱਖ ਕਾਫੀ ਵੈਲ ਸੈਟਲਡ ਹੋ ਗਏ, ਉਹਨਾਂ ਦੇ ਕਾਰੋਬਾਰ ਬਣ ਗਏ। ਪਰ ਧਾਰਮਿਕ ਪੱਖੋਂ ਇਹ ਫਾਇਦਾ ਹੋਇਆ ਜਾਂ ਨੁਕਸਾਨ, ਇਹਦੇ ਬਾਰੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਇੱਕ ਤੇ ਜਿਹੜਾ ਪ੍ਰਵਾਸ ਹੋਇਆ ਇਹ ਕੋਈ ਨੈਚੁਰਲ ਪ੍ਰਵਾਸ ਨਹੀਂ ਸੀਗਾ, ਕੋਈ ਕੁਦਰਤੀ ਨਹੀਂ ਸੀ। ਇਹ ਸਟੇਟ ਵੱਲੋਂ ਜਿਹੜਾ ਸਾਡਾ ਜੈਨੋਸਾਈਡ ਹੋਇਆ, ਉਹਦੇ 'ਚੋਂ ਇੱਕ ਜਿਹੜੀ ਭਟਕਣਾ ਹੈ ਮਨੁੱਖ ਦੇ ਜੀਵਨ 'ਚ ਜਾਂ ਕੌਮਾਂ ਦੇ ਜੀਵਨ 'ਚ ਇੱਕ ਭਟਕਣਾ ਆ ਜਾਂਦੀ ਹੈ, ਉਸ 'ਚੋਂ ਇਹ ਪ੍ਰਵਾਸ ਹੋਇਆ। ਜਿਹੜੀ ਸਾਨੂੰ ਉੱਥੇ ਸੈਟਿਸਫੈਕਸ਼ਨ ਨਹੀਂ ਸੀ ਮਿਲਦੀ, ਉਹ ਅਸੀਂ ਲੱਭਣ ਲਈ ਤੁਰੇ। ਪਰ ਅਨਫੋਰਚੂਨੇਟਲੀ ਜਿਹੜੀ ਕੌਮ ਦੇ ਨਾਲ ਜੈਨੋਸਾਈਡ ਹੋਵੇ, ਜੈਨੋਸਾਈਡ ਦੀ ਕੋਈ ਰਿਕਨਸਲੇਸ਼ਨ ਨਾ ਹੋਵੇ, ਉਹਨੂੰ ਕਿਤੇ ਵੀ ਜਾ ਕੇ ਜਿਹੜਾ ਵਾ ਉਹ ਸੈਟਿਸਫੈਕਸ਼ਨ ਨਹੀਂ ਮਿਲਦੀ, ਜੀਵਨ 'ਚ ਜਿਹੜੀ ਸੰਤੁਸ਼ਟੀ ਉਹ ਨਹੀਂ ਮਿਲਦੀ। ਸੋ ਅੱਜ ਸਾਨੂੰ ਕੌਮੀ ਰੂਪ 'ਚ ਕੁਛ ਚੀਜ਼ਾਂ ਕਰਨ ਦੀ ਲੋੜ ਹੈ। ਜਿੰਨੇ ਵੀ ਡਾਇਸਪੋਰਾ ਸਿੱਖ ਨੇ, ਉਹਨਾਂ ਦੀ ਮੈਂ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਉਹ ਵੇਖਦਾ ਹਾਂ ਵੀ ਉਹਨਾਂ ਦੇ ਵਿੱਚ ਪੋਲੀਟੀਕਲ ਮੈਚੋਰਿਟੀ ਦੇ ਨਾਂ ਦੇ ਉੱਤੇ ਲੈਫਟ ਰਾਈਟ ਦੀ ਬਾਈਨਰੀ ਜਿਹੜੀ ਆ, ਬਾਹਰ ਲੈਫਟ ਤੇ ਰਾਈਟ ਪੋਲੀਟਿਕਸ ਦੀ ਬਾਈਨਰੀ ਆ, ਉਹਦੇ ਤੋਂ ਬਾਹਰ ਕੁਛ ਨਹੀਂ ਹੈਗਾ। ਉਹਦੇ 'ਚ ਹੀ ਸੋਚਣਾ ਗਿੱਝ ਗਏ ਨੇ, ਉਹਦੇ 'ਚ ਹੀ ਉਹਨਾਂ ਨੇ ਆਪਣੇ ਕਿਰਤ ਕਰੋ ਦੇ, ਨਾਮ ਜਪੋ ਦੇ, ਵੰਡ ਛਕੋ ਦੇ ਸਿਧਾਂਤ ਨੂੰ ਢਾਲ ਲਿਆ। ਉਸੇ ਦੇ ਵਿੱਚ ਉਹ ਸਰਬੱਤ ਦੇ ਭਲੇ ਦੀ ਇੰਟਰਪ੍ਰੀਟੇਸ਼ਨ ਕਰਦੇ ਨੇ। ਸੋ ਇਸੇ ਕਰਕੇ ਜਿਹੜਾ ਸਿੱਖ ਹੈ ਉਹ ਕਿਤੇ ਨਾ ਕਿਤੇ ਇੱਕ ਲੈਫਟ ਦੀ ਧਿਰਜੀ ਬਣ ਕੇ ਵਿਚਰ ਰਹੇ ਨੇ ਬਾਹਰ। ਇਸ ਚੀਜ਼ ਤੋਂ ਬਚਣ ਲਈ ਸਾਨੂੰ ਇਹ ਜ਼ਰੂਰੀ ਹੈ ਵੀ ਅਸੀਂ ਗੁਰੂ ਦਾ ਜਿਹੜਾ ਫਲਸਫਾ ਹੈ, ਗੁਰੂ ਦਾ ਸਿਧਾਂਤ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ, ਉਹਦੀ ਯੂਨੀਕਨੈਸ ਨੂੰ ਸਮਝੀਏ ਅਤੇ ਉਹਨੂੰ ਉਸੇ ਤਰੀਕੇ ਨਾਲ ਮੇਨਟੇਨ ਕਰਦਿਆਂ ਹੋਇਆਂ ਆਪਣੀ ਇੱਕ ਯੂਨੀਕ ਸਪੇਸ ਜਿਹੜੀ ਵਰਲਡ ਵਾਈਡ ਪੋਲੀਟਿਕਸ ਹੈ ਉਹਦੇ 'ਚ ਬਣਾਈਏ। ਜਿੰਨਾ ਚਿਰ ਅਸੀਂ ਇੱਦਾਂ ਨਹੀਂ ਕਰਦੇ, ਉਹਨਾਂ ਚਿਰ ਹੋ ਕੀ ਰਿਹਾ ਵੀ ਅਸੀਂ ਹਰ ਇੱਕ ਧਿਰ ਦੀ ਹਮਾਇਤ ਕਰਦੇ ਹਾਂ, ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ, ਸਿੱਖ ਸਫਰਿੰਗ ਦੀ ਗੱਲ ਆਉਂਦੀ ਹੈ, ਤਾਂ ਉਹ ਸਾਨੂੰ ਰੈਕੋਗਨਾਈਜ਼ ਵੀ ਨਹੀਂ ਕਰਦੇ। ਇਹਦੀ ਮੈਂ ਇੱਕ ਐਗਜ਼ਾਮਪਲ ਜੇ ਦੇਵਾਂ, ਜਦੋਂ ਫਲਸਤੀਨ ਦੇ ਸੰਘਰਸ਼ ਦੀ ਗੱਲ ਚੱਲਦੀ ਹੈ ਜਾਂ ਫਰੀ ਫਲਸਤੀਨ ਲਿਖਣਾ ਹੁੰਦਾ ਹੈ, ਹਾਲਾਂਕਿ ਸਿੱਖਾਂ ਦਾ ਪੈਲਸਤਾਈਨ ਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ, ਨਾ ਸਿੱਖਾਂ ਨੇ ਉੱਥੇ ਵਸਣਾ ਹੈ, ਨਾ ਸਿੱਖਾਂ ਦਾ ਉਹ ਸੰਘਰਸ਼ ਹੈ। ਪਰ ਮਨੁੱਖਤਾ ਦੇ ਨਾਤੇ ਦੁਨੀਆ ਭਰ ਦੇ ਵਿੱਚ ਪੈਲਸਤੀਨ ਦੇ ਸਟਰਗਲ ਦੀ ਜਿਹੜੀ ਹਮਾਇਤ ਉਹ ਕੀਤੀ ਜਾਂਦੀ ਹੈ, ਅਤੇ ਸਿੱਖ ਵੀ ਆਪਣੀਆਂ ਤਮਾਮ ਪ੍ਰੋਫਾਈਲਾਂ ਦੇ ਵਿੱਚ ਫਰੀ ਪੈਲਸਤੀਨ ਦਾ ਟੈਗ ਵਰਤਦੇ ਨੇ। ਪਰ ਜੇ ਉਹੋ ਹੀ ਸਿੱਖ ਫਰੀ ਪੰਜਾਬ ਦਾ ਟੈਗ ਨਹੀਂ ਵਰਤਦੇ ਜਾਂ ਸਿੱਖ ਹੋਮਲੈਂਡ ਦਾ ਟੈਗ ਨਹੀਂ ਵਰਤਦੇ, ਇਹਦਾ ਅਰਥ ਇਹ ਹੈ ਵੀ ਸਿੱਖ ਕਿਤੇ ਨਾ ਕਿਤੇ ਜਿਹੜੀ ਹੈ ਸੈਲਫ ਹੇਟ ਆਪਣੇ ਆਪ ਨੂੰ ਕਰਦੇ ਨੇ। ਉਹ ਦੂਜਿਆਂ ਦੇ ਪ੍ਰਤੀ ਤੇ ਜਿਹੜਾ ਹੈਗਾ ਸੁਹਿਰਦ ਨੇ ਵੀ ਦੂਜਿਆਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ, ਪਰ ਆਪਣੀ ਆਜ਼ਾਦੀ ਦੀ ਨਾ ਗੱਲ ਕਰਕੇ ਉਹ ਇਹ ਸਾਬਤ ਕਰਦੇ ਨੇ ਵੀ ਆਪਣੇ ਵਿੱਚ ਜਿਹੜਾ ਕੌਮੀ ਭਾਵ ਹੈ, ਆਪਣੇ ਵਿੱਚ ਜਿਹੜੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਹੈ ਕੌਮ ਦੀ, ਉਹਦੇ 'ਚੋਂ ਕੌਮੀ ਪ੍ਰੇਮ ਜਿਹੜਾ ਖਤਮ ਹੋ ਗਿਆ। ਇਸੇ ਕਰਕੇ ਅਸੀਂ ਸੈਲਫ ਕ੍ਰਿਟਿਸਿਜ਼ਮ ਵੱਲ ਵੀ ਜ਼ਿਆਦਾ ਧਿਆਨ ਦਿੰਦੇ ਹਾਂ। ਸਾਨੂੰ ਲੋੜ ਇਹ ਹੈ ਵੀ ਅਸੀਂ ਆਪਣੇ 'ਚੋਂ ਇਹ ਗਿਲਟ ਨੂੰ ਕੱਢੀਏ, ਜਿਹੜੀ ਗਿਲਟ ਸਾਡੇ 'ਚ ਜੈਨੋਸਾਈਡ ਤੋਂ ਬਾਅਦ 'ਚ ਆਈ ਹੈ ਵੀ ਜੋ ਕੁਛ ਵਾਪਰਿਆ ਹੈ, ਸ਼ਾਇਦ ਉਹਦੇ ਵਿੱਚ ਸਾਡਾ ਕੋਈ ਨਾ ਕੋਈ ਕਸੂਰ ਸੀ। ਇੱਕ ਗੱਲ ਸਾਨੂੰ ਚੇਤਾ ਰੱਖਣੀ ਚਾਹੀਦੀ ਹੈ, ਉਹ ਇਹ ਕਿ ਜਦੋਂ ਕੌਮਾਂ ਦੇ ਉੱਤੇ ਨਸਲਕੁਸ਼ੀ ਵਾਪਰਦੀ ਹੈ, ਉਹਨਾਂ ਦਾ ਉਹਦੇ 'ਚ ਕੋਈ ਕਸੂਰ ਨਹੀਂ ਹੁੰਦਾ। ਤੁਸੀਂ ਜਿਹੜੀ ਕੌਮ ਨੇ ਤੁਹਾਡੀ ਨਸਲਕੁਸ਼ੀ ਕਰਨੀ ਹੈ, ਜੇ ਉਹਨਾਂ 'ਚ ਜੈਨੋਸਾਈਡਲ ਇੰਪਲਸਸ ਹੈਗੀਆਂ ਨੇ, ਅਤੇ ਫਿਰ ਤੁਸੀਂ ਉਸ ਕੌਮ ਨੂੰ ਕੋਈ ਬਹਾਨਾ ਦਿਓ ਜਾਂ ਨਾ ਦਿਓ, ਤੁਸੀਂ ਉਸ ਕੌਮ ਨੂੰ ਜਿਹੜਾ ਵਾ ਕਿਸੇ ਤਰੀਕੇ ਦੇ ਨਾਲ ਆਪਾਂ ਜਿੱਦਾਂ ਕਹਿੰਦੇ ਹਾਂ ਵੀ ਉਹਨਾਂ ਨੂੰ ਤੁਸੀਂ ਪ੍ਰਵੋਕ ਕਰੋ ਜਾਂ ਨਾ ਕਰੋ, ਉਹਨਾਂ ਨੇ ਤੁਹਾਡੀ ਨਸਲਕੁਸ਼ੀ ਕਰ ਦੇਣੀ ਹੈ, ਕਿਉਂਕਿ ਉਹਨਾਂ ਦੇ ਕੋਲ ਇਹ ਸਭ ਕੁਛ ਕਰਨ ਦੀ ਪਾਵਰ ਹੈ, ਵਿਲ ਪਾਵਰ ਵੀ ਹੈ, ਅਤੇ ਉਹਨਾਂ ਦੇ ਵਿੱਚ ਜੈਨੋਸਾਈਡਲ ਇੰਪਲਸਸ ਵੀ ਹੈਗੀਆਂ। ਸੋ ਉਸ ਤੋਂ ਬਚਣ ਲਈ ਸਾਨੂੰ, ਅਸੀਂ ਦੁਨੀਆ ਭਰ 'ਚ ਫੈਲ ਗਏ, ਪਰ ਸਾਡੇ ਕੋਲ ਇੱਕ ਸਟਰਕਚਰ ਨਹੀਂ ਹੈਗਾ, ਇੱਕ ਐਸਟੈਬਲਿਸ਼ਮੈਂਟ ਨਹੀਂ ਹੈਗੀ ਜਿਹੜੀ ਕੰਟਰੀ ਦੇ ਰੂਪ 'ਚ, ਇੱਕ ਦੇਸ਼ ਦੇ ਰੂਪ 'ਚ, ਇੱਕ ਮੁਲਕ ਦੇ ਰੂਪ 'ਚ ਹੁੰਦੀ ਹੈ, ਜਿਹੜੀ ਕੌਮਾਂ ਦੇ ਮੂਲ ਸਿਧਾਂਤ ਨੂੰ ਪ੍ਰੋਟੈਕਟ ਕਰਦੀ, ਬਚਾਈ ਰੱਖਦੀ ਹੈ। ਯਹੂਦੀਆਂ ਕੋਲ ਹੈਗੀ ਹੈ, ਮੁਸਲਮਾਨਾਂ ਕੋਲ ਕਿੰਨੇ ਮੁਲਕ ਨੇ, ਈਸਾਈਆਂ ਕੋਲ ਹੈ, ਹਿੰਦੂਆਂ ਦੇ ਕੋਲ ਆਪਣੇ ਦੇਸ਼ ਨੇ, ਬੋਧੀਆਂ ਦੇ ਕੋਲ ਆਪਣੇ ਦੇਸ਼ ਨੇ। ਸੋ ਸਿੱਖਾਂ ਕੋਲ ਆਪਣਾ ਦੇਸ਼ ਨਾ ਹੋਣ ਦੀ ਵਜ੍ਹਾ ਕਰਕੇ ਸਾਨੂੰ ਹਰ ਛੋਟੀ ਮੰਗ ਵਾਸਤੇ
ਜਿਹੜਾ ਵਾ ਉਹ ਬੜੀ ਵੱਡੀ ਸਟਰਗਲ ਕਰਨੀ ਪੈਂਦੀ, ਚਾਹੇ ਉਹ ਦਸਤਾਰ ਦਾ ਮਸਲਾ ਆ ਜਾਏ ਵਿਦੇਸ਼ਾਂ ਦੇ ਵਿੱਚ, ਚਾਹੇ ਹੋਰ ਮਸਲਾ ਆ ਜਾਏ, ਉਹਦੇ ਲਈ ਸਾਨੂੰ ਬਹੁਤ ਵੱਡੀ ਸਟਰਗਲ ਕਰਨੀ ਪੈਂਦੀ ਹੈ। ਉਹ ਕਿਉਂ ਕਰਨੀ ਪੈ ਰਹੀ ਹੈ? ਕਿਉਂਕਿ ਸਾਡਾ ਆਪਣਾ ਕੋਈ ਘਰ ਨਹੀਂ, ਜੇ ਘਰ ਨਾ ਹੋਵੇ ਤੇ ਮਨੁੱਖ ਦੀ ਕਦਰ ਕਿਤੇ ਨਹੀਂ ਪੈਂਦੀ। ਸੋ ਅੱਜ ਜਿਹੜਾ ਡਾਇਸਪੋਰਾ ਸਿੱਖ ਹੈ ਉਹਦੀ ਸਭ ਤੋਂ ਵੱਡੀ ਲੋੜ ਇਹ ਬਣ ਗਈ ਹੈ ਵੀ ਇੰਟੈਲੈਕਚੁਅਲ ਲੈਵਲ ਦੇ ਉੱਤੇ ਤੇ ਵਰਲਡ ਵਾਈਡ ਪੋਲੀਟਿਕਸ ਦੇ ਵਿੱਚ ਉਹ ਆਪਣੀ ਉਹ ਸਪੇਸ ਬਣਾਵੇ ਜਿਸ ਸਪੇਸ ਦੇ ਵਿੱਚ ਪੰਜਾਬ ਦੀ ਆਜ਼ਾਦੀ ਦੀ ਗੱਲ ਬੜੀ ਫ੍ਰੀ ਹੋ ਕੇ ਕੀਤੀ ਜਾ ਸਕੇ ਤੇ ਇਹਦੇ 'ਚ ਕੋਈ ਗਿਲਟ ਸਿੱਖ ਨਾ ਲੈਣ। ਕਿਉਂਕਿ ਆਜ਼ਾਦੀ ਦੀ ਗੱਲ ਕਰਨੀ, ਫਰੀडम ਦੀ ਗੱਲ ਕਰਨੀ, ਇਹ ਹਰ ਕੌਮ ਦਾ ਬੁਨਿਆਦੀ ਅਧਿਕਾਰ ਹੈ। ਤੇ ਜੇ ਅਸੀਂ ਫਲਸਤੀਨ ਦੀ ਆਜ਼ਾਦੀ ਦੀ ਹਮਾਇਤ ਕਰ ਸਕਦੇ ਹਾਂ ਬੀਇੰਗ ਅ ਸਿੱਖ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਜੇ ਅਸੀਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰ ਸਕਦੇ ਹਾਂ, ਜੇ ਅਸੀਂ ਦੁਨੀਆ ਦੇ ਉੱਤੇ ਹੋਰ ਹੋ ਰਹੀਆਂ ਕੌਮਾਂ ਦੇ ਵਿੱਚ ਆਜ਼ਾਦੀ ਸੰਘਰਸ਼ਾਂ ਦੀ ਹਮਾਇਤ ਕਰ ਸਕਦੇ ਹਾਂ, ਤੇ ਆਪਣਾ ਜਿਨ੍ਹਾਂ ਨਾਲ ਸਿੱਖਾਂ ਨਾਲ ਮਲਟੀਪਲ ਜੈਨੋਸਾਈਡ ਹੋ ਚੁੱਕਾ ਹੈ ਤੇ ਹੋ ਰਿਹਾ ਹੈ, ਉਹ ਖੁਦ ਦੀ ਆਜ਼ਾਦੀ ਦੀ ਹਮਾਇਤ ਨਾ ਕਰਨ, ਇਹ ਬੜਾ ਅਬਸਰਡ ਜਿਹਾ ਲੌਜਿਕ ਲੱਗਦਾ ਹੈ। ਸੋ ਸਾਨੂੰ ਇਹ ਚਾਹੀਦਾ ਵੀ ਅਸੀਂ ਆਪਣੀ ਆਜ਼ਾਦੀ ਦੀ ਜਿਹੜੀ ਗੱਲਬਾਤ ਹੈ ਉਹਨੂੰ ਖੁੱਲ੍ਹ ਕੇ ਕਰੀਏ। ਦੂਜੀ ਜਿਹੜੀ ਮੈਂ ਗੱਲ ਕਰਨੀ ਆ ਵੀ ਸਿੱਖਾਂ ਨੂੰ ਜਿਹੜੀ ਪਦਾਰਥ ਦੇ ਪਿੱਛੇ ਅਸੀਂ ਮਾਈਗ੍ਰੇਸ਼ਨ ਕੀਤੀ ਹੈ, ਜਿਹੜੀ ਸੈਟਿਸਫੈਕਸ਼ਨ ਲਈ ਅਸੀਂ ਇਹ ਮਾਈਗ੍ਰੇਟ ਹੋਏ ਹਾਂ, ਉਹਦੇ ਨਾਲ ਹੋਇਆ ਕੀ ਹੈ ਵੀ ਅਸੀਂ ਉਹਨੂੰ ਪਦਾਰਥ ਦੀ ਦੌੜ ਬਣਾ ਲਿਆ। ਮਟੀਰੀਅਲਿਸਟਿਕ ਲਾਈਫ ਸਟਾਈਲ ਜਿਹੜਾ ਸਾਡੇ 'ਚ ਆ ਗਿਆ, ਦਿਖਾਵਾ ਆ ਗਿਆ ਸਿੱਖਾਂ ਦੇ ਵਿੱਚ ਬਹੁਤ ਵੱਡਾ। ਸਿੱਖ ਆਪਣੀ ਰਵਾਇਤ ਤੋਂ ਦੂਰ ਹੋ ਗਏ, ਸਿੱਖ ਆਪਣੇ ਕਲਚਰ ਤੋਂ ਦੂਰ ਹੋ ਗਏ। ਸਿੱਖਾਂ ਨੇ ਆਪਣੇ ਕਲਚਰ ਨੂੰ ਇੱਕ ਕਿਸਮ ਦੀ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਪਤਿਤ ਹੋ ਗਏ, ਉਹਨਾਂ ਨੂੰ ਐਂ ਲੱਗਦਾ ਸੀ ਵੀ ਜਿਹੜਾ ਸਿੱਖੀ ਸਰੂਪ ਹੈ ਇਨਫੀਰੀਅਰ ਹੈ, ਪਰ ਅਸਲ ਦੇ ਵਿੱਚ ਇਹ ਪਾਵਰਲੈਸ ਕੌਮਾਂ ਦੀ ਪ੍ਰੋਬਲਮ ਹੁੰਦੀ ਹੈ ਵੀ ਜਦੋਂ ਕੌਮ ਪਾਵਰਲੈਸ ਹੋ ਜੇ, ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਨਿਸ਼ਾਨੀਆਂ ਚਾਹੇ ਕਲਚਰਲ ਨੇ ਚਾਹੇ ਰਿਲੀਜੀਅਸ ਨੇ, ਉਹ ਸਾਰੀਆਂ ਇਨਫੀਰੀਅਰ ਲੱਗਣ ਲੱਗ ਪੈਂਦੀਆਂ। ਸੋ ਸਾਨੂੰ ਪਾਵਰ ਨੂੰ ਜਿਹੜਾ ਵਾ ਦੁਬਾਰਾ ਲੈਣ ਦੀ ਲੋੜ ਹੈ, ਉਹਦੇ ਨਾਲ ਸਾਡੀ ਜਿਹੜੀ ਇਨਫੀਰੀਅਰਿਟੀ ਨਿਕਲ ਜੂਗੀ। ਹੁਣ ਜਿਹੜੀ ਮਟੀਰੀਅਲਿਸਟਿਕ ਲਾਈਫ ਹੈ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਵੈਸਟ ਦੇ ਵਿੱਚ ਵੈਸੇ ਸੋ ਕਾਲਡ ਫਸਟ ਵਰਲਡ ਕੰਟਰੀਜ਼ ਹੈ, ਪਰ ਇਹਦੇ 'ਚ ਡਿਪਰੈਸ਼ਨ ਦੁਨੀਆ ਭਰ ਦੇ ਬਾਕੀ ਗਰੀਬ ਮੁਲਕਾਂ ਤੋਂ ਵੀ ਕਿਤੇ ਵੱਧ ਹੈ। ਇਹਦਾ ਅਰਥ ਇਹੋ ਹੀ ਹੈ ਵੀ ਮਟੀਰੀਅਲ ਜਿੰਨਾ ਵੀ ਹੋ ਜਾਵੇ ਸਾਡੀ ਲਾਈਫ ਦੇ ਵਿੱਚ, ਪਦਾਰਥ ਜਿੰਨਾ ਵੀ ਹੋ ਜਾਵੇ, ਉਹਦੀ ਕਿੰਨੀ ਵੀ ਰੌਸ਼ਨੀ ਹੋਵੇ, ਉਹ ਸਾਨੂੰ ਰੌਸ਼ਨੀ ਨਹੀਂ ਦੇ ਸਕਦੀ। ਜਿਵੇਂ ਬਾਣੀ ਦਾ ਬਚਨ ਹੈ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੇ ਸੈਂਕੜੇ ਸੂਰਜ ਹਜ਼ਾਰਾਂ ਚੰਦਰਮਾ ਚੜ੍ਹ ਜਾਣ, ਪਰ ਜੇ ਜੀਵਨ 'ਚ ਗੁਰੂ ਰੂਪੀ ਰੌਸ਼ਨੀ ਨਹੀਂ, ਗੁਰੂ ਦੇ ਨਾਮ ਦੀ ਰੌਸ਼ਨੀ ਨਹੀਂ, ਗੁਰੂ ਪ੍ਰੇਮ ਦੀ ਰੌਸ਼ਨੀ ਨਹੀਂ, ਉਹਨਾਂ ਚਿਰ ਜੀਵਨ 'ਚ ਘੋਰ ਅੰਧਾਰ ਹੀ ਹੈ। ਉਹਨਾਂ ਚਿਰ ਉਹ ਸੂਰਜ ਚੜ੍ਹੇ ਚਕਾਚੌਂਧ ਦੁਨਿਆਵੀ ਹੋ ਸਕਦੀ, ਮਟੀਰੀਅਲ ਦੀ ਹੋ ਸਕਦੀ ਹੈ, ਪਰ ਤੁਹਾਡੇ ਅੰਦਰ ਨੂੰ ਸੰਤੁਸ਼ਟੀ ਨਹੀਂ ਮਿਲੂਗੀ। ਸੋ ਉਹਦੇ ਲਈ ਜੋ ਗੁਰੂ ਨਾਨਕ ਸਾਹਿਬ ਨੇ ਇੱਕ ਫਲਸਫਾ ਸ਼ੁਰੂ ਕੀਤਾ, ਜੋ ਸਿਧਾਂਤ ਸ਼ੁਰੂ ਕੀਤਾ, ਜੋ ਨਿਰਮਲ ਪੰਥ ਚਲਾਇਆ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 10ਵੇਂ ਜਾਮੇ ਦੇ ਵਿੱਚ ਉਹਨਾਂ ਨੇ ਸਿੱਖੀ ਨੂੰ ਖਾਲਸੇ ਦਾ ਰੂਪ ਦੇ ਕੇ ਅੰਮ੍ਰਿਤ ਦੀ ਦਾਤ ਜਿਹੜੀ ਆ ਉਹ ਬਖਸ਼ ਕੇ ਤੇ ਸੰਪੂਰਨਤਾ ਹੀ ਬਖਸ਼ੀ ਹੈ। ਅਸੀਂ ਉਸ ਦਾਤ ਤੋਂ ਦੂਰ ਹੋ ਗਏ। ਅੱਜ ਬਹੁਤ ਘੱਟ ਆਬਾਦੀ ਸਿੱਖਾਂ ਦੀ ਹੈ ਜਿਹੜੀ ਖੰਡੇ ਬਾਟੇ ਦੀ ਪੌਲ ਜਿਹੜੀ ਜਿਨ੍ਹਾਂ ਛਕੀ ਹੈ ਤੇ ਜਿਹੜੇ ਗੁਰੂ ਮਰਿਆਦਾ ਦਾ ਪਾਲਣ ਕਰਦੇ ਆ। ਸੋ ਇਹ ਆਪਾਂ ਰਵਾਇਤ ਨੂੰ ਮੁੜ ਸੁਰਜੀਤ ਕਰਨਾ ਹੈ। ਜਿਹੜੀ ਰਵਾਇਤ ਦਾ ਪ੍ਰਚਾਰ ਪ੍ਰਸਾਰ ਸਾਡੇ 'ਚ ਰੁਕਿਆ ਹੈ, ਖੰਡੇ ਬਾਟੇ ਦੀ ਪੌਲ ਛਕਣ ਤੋਂ ਬਿਨਾਂ ਅਸੀਂ ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦੇ, ਕਿਉਂਕਿ ਗੁਰੂ ਦਾ ਹੁਕਮ ਹੈ ਵੀ ਜਿਹੜਾ ਸਿੱਖ ਮੇਰੇ ਹੁਕਮ 'ਚ ਰਹਿੰਦਾ, ਖੰਡੇ ਬਾਟੇ ਦੀ ਪੌਲ ਛਕਦਾ, ਉਹੋ ਹੀ ਮੈਨੂੰ ਪ੍ਰਵਾਨ ਹੈ। ਵੈਸੇ ਆਪਾਂ ਕਹੀ ਜਾਂਦੇ ਵੀ ਸਾਡੇ ਅੰਦਰ ਦੇਖੋ ਮਾਡਰਨ ਜਿਹੜਾ ਵਰਲਡ ਹੈ ਨਾ, ਉਹਨੇ ਇੱਕ ਗੁੱਡ ਐਂਡ ਬੈਡਸ ਦਾ ਇੱਕ ਨਾ ਕੰਬੀਨੇਸ਼ਨ ਜਿਹਾ ਬਣਾ ਦਿੱਤਾ ਵੀ ਆਹ ਚੀਜ਼ਾਂ ਲਾਈਫ 'ਚ ਹੋਣੀ ਚਾਹੀਦੀਆਂ, ਮੋਰਲਸ ਤੇ ਐਥਿਕਸ ਹੋ ਜਾਣੇ ਚਾਹੀਦੇ ਆ, ਬਾਕੀ ਸਾਰਾ ਕੁਝ ਠੀਕ ਨਹੀਂ। ਪਰ ਜੇ ਦੇਖੋ ਤੁਸੀਂ ਜੀਵਨ ਦੇ ਵਿੱਚ ਇੱਕ ਧਰਮ ਦਾ ਕੋਡ ਆਫ ਕੰਡਕਟ ਲਾਗੂ ਨਹੀਂ ਕਰਦੇ ਤੇ ਤੁਸੀਂ ਆਪਣੀ ਪਛਾਣ ਨੂੰ ਨਹੀਂ ਬਚਾ ਸਕਦੇ। ਸੋ ਜੇ ਆਪਾਂ ਆਪਣੀ ਮਾਂ ਬੋਲੀ ਬਚਾਉਣੀ ਹੈ, ਆਪਾਂ ਇਹ ਸਾਰਾ ਕੁਝ ਬਚਾਉਣਾ ਹੈ, ਤੇ ਲੋੜ ਹੈ ਵੀ ਜਿਹੜੀ ਖੰਡੇ ਬਾਟੇ ਦੀ ਪਹੁਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਇਹਦੇ ਨਾਲ ਜੁੜਨਾ ਹੈ। ਤੇ ਮੈਨੂੰ ਇਹ ਉਮੀਦ ਹੈ ਵੀ ਜਿਹੜੇ ਯੂਬਾ ਸਿਟੀ ਦਾ ਐਡਾ ਵੱਡਾ ਨਗਰ ਕੀਰਤਨ ਹੈ, ਪ੍ਰਬੰਧਕਾਂ ਨੂੰ ਇਹ ਬੇਨਤੀ ਵੀ ਅਪੀਲ ਵੀ ਹੈ ਵੀ ਤੁਸੀਂ ਇਹੋ ਜਿਹੇ ਪ੍ਰੋਗਰਾਮਾਂ ਦੇ ਉੱਤੇ, ਇਹੋ ਜਿਹੇ ਵੱਡੇ ਇਕੱਠਾਂ ਦੇ ਉੱਤੇ ਅੰਮ੍ਰਿਤ ਸੰਚਾਰ ਜ਼ਰੂਰ ਕਰਾਇਆ ਕਰੋ, ਤਾਂ ਜੋ ਜਿਹੜੇ ਨੌਜਵਾਨ ਨੇ ਉਸ ਗੁਰੂ ਆਸ਼ੇ 'ਚ ਆ ਕੇ ਗੁਰੂ ਵਾਲੇ ਬਣ ਸਕਣ ਤਾਂ ਇਹ ਆਪਣਾ ਜੀਵਨ ਗੁਰੂ ਨੂੰ ਜਿਹੜਾ ਵਾ ਸਮਰਪਿਤ ਕਰ ਸਕਣ। ਹੁਣ ਇੱਕ ਜਿਹੜਾ ਸਭ ਤੋਂ ਸੈਂਸਿਟਿਵ ਮੁੱਦਾ ਜਿਹੜੀ ਮੈਂ ਗੱਲ ਕਰਨੀ ਹੈ ਉਹ ਹੈ ਮਾਈਗ੍ਰੇਸ਼ਨ ਤੇ ਹੋਈ ਹੈ ਸਾਡੀ। ਪੰਜਾਬ ਖਾਲੀ ਹੋ ਗਿਆ, ਪੰਜਾਬ ਦੇ ਵਿੱਚੋਂ ਦੂਜੀਆਂ ਸੂਬਿਆਂ 'ਚੋਂ ਆਣ ਕੇ ਲੋਕ ਬੈਠ ਕੇ ਇੱਥੇ ਕਲਚਰਲ ਜੈਨੋਸਾਈਡ ਸਾਡਾ ਹੋ ਗਿਆ। ਉਸ ਚੱਕਰ ਦੇ ਪੰਜਾਬ ਦੇ ਜਿਹੜੇ ਸਿੱਖ ਬਾਹਰ ਛੱਡ ਕੇ ਗਏ ਸੀ, ਉਹ ਸਿੱਖਾਂ ਦੀ ਜਿਹੜੀ ਦੂਜੀ ਤੀਜੀ ਪੀੜ੍ਹੀ ਹੈ, ਅਸੀਂ ਇਹ ਐਨਾਲਿਸਿਸ ਕਰਨਾ ਵੀ ਉਹ ਦੂਜੀ ਤੀਜੀ ਪੀੜ੍ਹੀ ਕਿੰਨੀ ਕੁ ਸਿੱਖੀ ਦੇ ਨੇੜੇ ਆ। ਤੇ ਜੇ ਸਾਨੂੰ ਲੱਗਦਾ ਵੀ ਉਹ ਕੋਸਟ ਸਿੱਖੀ ਨੂੰ ਜਿਹੜਾ ਗਵਾ ਕੇ ਸਾਨੂੰ ਮਿਲੀ ਹੈ ਉੱਥੇ ਮਾਈਗ੍ਰੇਸ਼ਨ ਜਿਹੜੀ ਹੈ, ਤੇ ਸਾਨੂੰ ਜਿਹੜਾ ਰਿਵਰਸ ਮਾਈਗ੍ਰੇਸ਼ਨ ਬਾਰੇ ਸੋਚਣਾ ਚਾਹੀਦਾ। ਜਿਹੜੇ ਲੋਕ ਉੱਥੇ ਵਿਹਲੇ ਬੈਠੇ ਨੇ, 2 ਜਨਰੇਸ਼ਨ ਨੂੰ ਵਾਪਸ ਮੁੜਨਾ ਪਵੇਗਾ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ, ਜੇ ਅਸੀਂ ਸਿੱਖੀ ਨੂੰ ਜਿਹੜਾ ਵਾ ਕਾਇਮ ਰੱਖਣਾ ਹੈ। ਪਹਿਲੀ ਤੇ ਜਨਰੇਸ਼ਨ ਹੈ ਜਿਹੜੀ ਬੁੱਢੀ ਜਿਹੜੇ ਬੁੱਢੇ ਲੋਕ ਨੇ ਸਾਡੇ, ਜਿਹੜੇ ਓਲਡ ਏਜ ਨੇ, ਉਹ ਜਿਹੜੇ ਪਾਰਕਾਂ 'ਚ ਬੈਠੇ ਨੇ, ਜਿਹੜੇ ਮਤਲਬ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਵਾਪਸ ਪੰਜਾਬ 'ਚ ਆਪਣੇ ਘਰਾਂ 'ਚ ਆਣ ਕੇ ਬੈਠਣਾ ਚਾਹੀਦਾ। ਦੂਜੀ ਜਨਰੇਸ਼ਨ ਸਭ ਤੋਂ ਇੰਪੋਰਟੈਂਟ ਹੈ, ਜਿਹੜੇ ਸਾਡੇ ਬੱਚੇ ਨੇ,
ਜਿਹੜੇ ਬਹੁਤ ਛੋਟੀ ਏਜ ਦੇ ਵਿੱਚ ਨੇ, ਛੋਟੀ ਅਵਸਥਾ 'ਚ ਨੇ, ਕਿਉਂਕਿ ਉਹ ਸਬਕੌਂਸ਼ੀਅਸ ਉਹਨਾਂ ਦਾ ਮਾਈਂਡ ਹੈ ਜਿਹਨੂੰ ਕਿਸੇ ਵੀ ਤਰੀਕੇ ਨਾਲ ਗਰੂਮ ਕੀਤਾ ਜਾ ਸਕਦਾ ਹੈ। ਵੈਸਟਰਨ ਵਰਲਡ ਦੇ ਵਿੱਚ ਜਿਹੜੀ ਵੈਸਟ ਦੀ ਆਈਡੀਓਲੋਜੀ ਹੈ, ਉਹ ਬੱਚਾ ਜਿਹੜਾ ਵਾ ਬਹੁਤਾ ਸਟੇਟ ਦੇ ਹੱਥ 'ਚ ਰਹਿੰਦਾ, ਚਾਹੇ ਸਕੂਲ 'ਚ ਹੋਵੇ, ਪ੍ਰੀ ਸਕੂਲ ਹੋਵੇ ਜਾਂ ਹੋਮ ਕੇਅਰਸ ਹੋਣ ਜਿਹਨਾਂ 'ਚ ਬੱਚੇ ਬੇਬੀ ਕੇਅਰਸ ਜਿਹਨਾਂ 'ਚ ਛੱਡ ਕੇ ਆਉਂਦੇ ਆਪਾਂ, ਉਹ ਸਾਰੇ ਹੀ ਬੱਚੇ ਨੂੰ ਗਰੂਮ ਕਰਕੇ ਸਟੇਟ ਦਾ ਇੱਕ ਟੂਲ ਬਣਾਉਂਦੇ ਨੇ ਤੇ ਧਰਮ ਤੋਂ ਦੂਰ ਕਰਦੇ ਨੇ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਜਿਹੜੇ ਬਜ਼ੁਰਗ ਨੇ ਉਹ ਬੱਚਿਆਂ ਨੂੰ ਲੈ ਕੇ ਤੇ ਪੰਜਾਬ ਪਰਤਣ, ਇੱਥੇ ਚੰਗੇ ਸਕੂਲ ਐਸਟੈਬਲਿਸ਼ ਕੀਤੇ ਜਾਣ ਹਾਈ ਸਟੈਂਡਰਡਸ ਦੇ, ਤੇ ਨਾਲ ਉਹ ਪੰਜਾਬ ਦੇ ਇਨਵਾਇਰਨਮੈਂਟ ਦੇ ਵਿੱਚ ਉਹ ਬੱਚੇ ਜਿਹੜਾ ਵਾ ਪੜ੍ਹ ਕੇ ਤੇ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਸਿੱਖੀ ਦੇ ਲੜ ਲੱਗੇ। ਸੋ ਮੈਂ ਇਹੋ ਹੀ ਬੇਨਤੀਆਂ ਕਰਨੀਆਂ ਵੀ ਦੇਖੋ, ਕੌਮ ਤੇ ਉਹ ਸਮਾਂ ਆ ਗਿਆ ਜਿੱਥੇ ਸਾਨੂੰ ਲਕੀਰ ਖਿੱਚ ਕੇ ਇਹ ਫੈਸਲਾ ਕਰਨਾ ਪੈਣਾ ਵੀ ਹੁਣ ਅਸੀਂ ਸਿੱਖੀ ਨੂੰ ਬਚਾਉਣਾ ਹੈ ਜਾਂ ਅਸੀਂ ਆਪਣੇ ਜੋ ਅਸੀਂ ਦੁਨੀਆ ਦੇ ਵਿੱਚ ਕਮਾਈ ਕਰਦੇ ਫਿਰਦੇ ਹਾਂ, ਜੋ ਦੁਨੀਆ ਦੇ ਵਿੱਚ ਅਸੀਂ ਮਟੀਰੀਅਲ ਇਕੱਠਾ ਕਰਦੇ ਫਿਰਦੇ ਹਾਂ, ਇਹਨਾਂ ਦੋਵਾਂ 'ਚੋਂ ਸਾਨੂੰ ਚੁਣਨਾ ਪੈਣਾ ਹੈ। ਤੇ ਅਸੀਂ ਚੋਣ ਆਖਰ ਨੂੰ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ, ਕਿਉਂਕਿ ਗੁਰੂ ਦੀ ਚੋਣ ਸਾਨੂੰ ਕਰਨੀ ਪੈਣੀ ਆ। ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦਾ ਜਾਚਕਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।